मोर्चे ने तो साडे नालों पल्ला झाड़ लिया, कहंदे कि नाल खड़ना चाहिए सी। कहंदे असीं तां खड़े बैठे उन्हां कर सारियां सिख जथेबंदियां उन्हां नाल बैठांगे, बैठ के गल करांगे कि देखो ये मोर्चा जिहड़ा इहनूं किसी भी तरीके दे नाल किसानी अंदोलन नूं सरकार नूं या एजेंसियां नूं मौका ना मिले कि ये मतलब एक धार्मिक मैटर बन के रह जाए। लगभग अद्धा पंजाबी इस विधि अंडर करता चर्चा उहदे ते होनी बनदी सी ना, और इस घटना ने वो चर्चा नूं विचे मतलब रोलता। ਇੱਥੇ ਇਹਨੂੰ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਪਾਸੇ ਨੂੰ ਤੋਰਨ ਵਾਸਤੇ ਸਰਕਾਰਾਂ ਦੀਆਂ ਏਜੰਸੀਆਂ ਦੀਆਂ ਚਾਲਾਂ ਨੇ ਔਰ ਉਹ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਹੈ। ਇਸ ਮੋਰਚੇ ਦੇ ਵਿੱਚ ਬੈਠਿਆਂ ਇੱਕ ਨਵੀਂ ਗੱਲ ਮਤਲਬ ਬੇਅਦਬੀ ਦਾ ਮਾਮਲਾ ਆ ਕੇ ਇੱਕ ਧਾਰਮਿਕ ਮਤਲਬ ਰੰਗਤ ਦੇਣ ਵਾਲੀ ਗੱਲ ਇਹਦੇ ਵਿੱਚੋਂ ਮਤਲਬ ਜਿਹੜੀ ਪੈਦਾ ਹੋ ਗਈ। ਸੰਯੁਕਤ ਮੋਰਚੇ ਦਾ ਅਸੀਂ ਪਹਿਲਾਂ ਹੀ ਕੱਲ ਵੀ ਮੀਟਿੰਗ ਉਹਦੇ ਵਿੱਚ ਤੈਅ ਕਰ ਦਿੱਤਾ, ਕਹਿਤਾ ਕਿ ਇਹਦੇ ਨਾਲ ਕੋਈ ਸੰਬੰਧ ਨਹੀਂ ਹੈ। ਤੁਹਾਡੇ ਵੱਲੋਂ ਸਿਕਿਉਰਿਟੀ ਦੇ ਪਰਪਸ ਨਾਲ ਸਿਕਿਉਰਿਟੀ ਗਾਰਡ ਕਹਿ ਲਓ ਜਾਂ ਫਿਰ ਫੋਰਸ ਤਿਆਰ ਕੀਤੀ ਗਈ ਸੀ, ਲੰਬਾ ਸਮਾਂ ਹੋ ਗਿਆ ਉਹ ਚੀਜ਼ਾਂ ਨਜ਼ਰ ਹੀ ਨਹੀਂ ਆਉਂਦੀਆਂ। ਜੇ ਸ਼ਾਇਦ ਇਸ ਤਰ੍ਹਾਂ ਕੋਈ ਨੌਜਵਾਨ ਪਹਿਰੇ ਤੇ ਹੁੰਦੇ ਤਾਂ ਸ਼ਾਇਦ ਇਹ ਘਟਨਾ ਨਾ ਵਾਪਰਦੀ। ਜਿੰਨੇ ਕੁ ਬੰਦੇ ਸਾਡੇ ਵਲੰਟੀਅਰ ਨੇ ਉਹ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ। ਉਹਨਾਂ ਨੇ ਇਹ ਵੀ ਕਿਹਾ ਵੀ ਤੁਸੀਂ ਗਲਤ ਕਰ ਰਹੇ ਹੋ, ਇਹਨੂੰ ਆਪਦੇ ਤੰਬੂ ਦੇ ਵਿੱਚ ਉੱਥੇ ਲੈ ਕੇ ਜਾਓ, ਔਰ ਜਾ ਕੇ ਨਾਲ ਦੀ ਨਾਲ ਮਤਲਬ ਪੁਲਿਸ ਨੂੰ ਸੂਚਨਾ ਦਿੱਤੀ ਹੈ ਕਿ ਇਸ ਗੱਲ ਨੂੰ ਤੁਸੀਂ ਕਵਰ ਕਰਨ ਦੀ ਕੋਸ਼ਿਸ਼ ਕਰੋ। ਕਿਤੇ ਨਾ ਕਿਤੇ ਇਹ ਜਾਂਚ ਦਾ ਵਿਸ਼ਾ ਹੈ। ਇਹਦੀ ਗੰਭੀਰਤਾ ਨਾਲ ਅਸੀਂ ਮੰਗ ਕਰਦੇ ਹਾਂ ਕਿ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਮੋਰਚੇ ਨੂੰ ਸਾਰੇ ਸਿਨੈਰੀਓ ਨੂੰ ਜੇ ਅਸੀਂ ਵੇਖਿਆ ਇਸ ਸਾਰੀ ਘਟਨਾ ਨੂੰ ਮਤਲਬ ਅੰਜਾਮ ਦਿੱਤਾ ਗਿਆ ਜਿਹਦੇ ਕਰਕੇ ਮਤਲਬ ਸਖਤਾ ਕਿ ਸਾਡਾ ਮਤਲਬ ਮੋਰਚਾ ਬਦਨਾਮ ਹੋਵੇ। ਸਿੰਘੂ ਬਾਰਡਰ ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਨਿਹੰਗ ਸਿੰਘਾਂ ਵੱਲੋਂ ਕਤਲ ਕੀਤਾ ਗਿਆ ਇੱਕ ਸ਼ਖਸ ਦਾ ਕਹਿ ਰਹੇ ਨੇ ਕਿ ਬੇਅਦਬੀ ਕੀਤੀ ਹੈ, ਵੱਡੇ ਇਲਜ਼ਾਮ ਸੀ, ਔਰ ਉਸ ਤੋਂ ਬਾਅਦ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ। ਔਰ ਕਿਸਾਨ ਮੋਰਚੇ ਨੇ ਗੱਲ ਕਹੀ ਹੈ ਕਿ ਸਾਡਾ ਇਸ ਘਟਨਾ ਦੇ ਨਾਲ ਤੇ ਨਾਲ ਹੀ ਉਹਨਾਂ ਦੇ ਨਾਲ ਕੋਈ ਸੰਬੰਧ ਨਹੀਂ, ਨਾ ਤਾਂ ਜਿਸ ਦਾ ਕਤਲ ਹੋਇਆ ਤੇ ਨਾਲ ਹੀ ਨਿਹੰਗ ਸਿੰਘਾਂ ਬਾਰੇ ਗੱਲ ਕਹੀ ਗਈ। ਜਗਜੀਤ ਸਿੰਘ ਡੱਲੇਵਾਲ ਸੀਨੀਅਰ ਕਿਸਾਨ ਆਗੂ ਨੇ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਡੱਲੇਵਾਲ ਸਾਹਿਬ, ਬਹੁਤ ਮੰਦਭਾਗੀ ਘਟਨਾ ਵਾਪਰੀ ਹੈ, ਇਸ ਘਟਨਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦੇਖੋ, ਸੰਯੁਕਤ ਮੋਰਚੇ ਨੇ ਕੱਲ ਇਸੇ ਇਸ਼ੂ ਦੇ ਉੱਤੇ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਹੈ ਕਿ ਅਸੀਂ ਮਹਿਸੂਸ ਕੀਤਾ ਹੈ ਕਿ ਜਿਹੜੀ ਘਟਨਾ ਕੱਲ ਵਾਪਰੀ ਹੈ, ਪਹਿਲਾਂ ਤਾਂ ਬੇਅਦਬੀ ਹੋਣਾ, ਫਿਰ ਉਸ ਵਿਅਕਤੀ ਦਾ ਮਰਡਰ ਹੋ ਜਾਣਾ, ਇਹ ਦੋਨੇ ਹੀ ਗੱਲਾਂ ਨੇ ਜਿਹੜੀਆਂ, ਕਿਉਂਕਿ ਅਸੀਂ ਲੜਾਈ ਲੜ ਰਹੇ ਹਾਂ ਤਿੰਨ ਕਾਲੇ ਕਾਨੂੰਨਾਂ ਦੀ। ਇਸ ਮੋਰਚੇ ਦੇ ਵਿੱਚ ਬੈਠਿਆਂ ਇੱਕ ਨਵੀਂ ਗੱਲ ਮਤਲਬ ਬੇਅਦਬੀ ਦਾ ਮਾਮਲਾ ਆ ਕੇ ਇੱਕ ਧਾਰਮਿਕ ਮਤਲਬ ਰੰਗਤ ਦੇਣ ਵਾਲੀ ਗੱਲ ਇਹਦੇ ਵਿੱਚੋਂ ਮਤਲਬ ਜਿਹੜੀ ਪੈਦਾ ਹੋ ਗਈ। ਇਹਨਾਂ ਦੋਨਾਂ ਘਟਨਾਵਾਂ ਨਾਲ ਸੰਯੁਕਤ ਮੋਰਚੇ ਦਾ ਅਸੀਂ ਪਹਿਲਾਂ ਹੀ ਕੱਲ ਵੀ ਮੀਟਿੰਗ ਉਹਦੇ ਵਿੱਚ ਤੈਅ ਕਰ ਦਿੱਤਾ, ਕਹਿਤਾ ਕਿ ਇਹਦੇ ਨਾਲ ਕੋਈ ਸੰਬੰਧ ਨਹੀਂ ਹੈ, ਕੋਈ ਮਤਲਬ ਨਹੀਂ ਇਸ ਗੱਲ ਨਾਲ। ਇਹ ਜ਼ਰੂਰ ਹੈ ਗੱਲ ਕਿ ਇਹ ਘਟਨਾ ਜਿਹੜੀ ਵਾਪਰੀ ਹੈ, ਤੁਸੀਂ ਇੱਕ ਪੱਤਰਕਾਰ ਟੈਲੀਫੋਨ ਦੇ ਉੱਤੇ ਮਤਲਬ ਆਡੀਓ ਇੱਕ ਵਾਇਰਲ ਹੋ ਰਹੀ ਹੈ ਉਸ ਪਿੰਡ ਦੇ ਸਰਪੰਚ ਦੀ, ਉਹਨੂੰ ਤੁਸੀਂ ਸੁਣੋਗੇ ਤਾਂ ਜਿਹੜੀ ਗੱਲ ਅਸੀਂ ਕਹਿ ਰਹੇ ਸੀ ਜਾਂ ਜਿਹੜੀਆਂ ਪਿਛਲੇ ਕੁਝ ਸਮੇਂ 'ਚ ਘਟੀਆਂ ਘਟਨਾਵਾਂ ਨੇ, ਲਖੀਮਪੁਰ ਵਾਲੀ ਘਟਨਾ, ਹਰਿਆਣੇ ਦੇ ਮੁੱਖ ਮੰਤਰੀ ਦਾ ਬਿਆਨ ਆਉਣਾ ਔਰ ਲੋਕਾਂ ਦੇ ਉੱਤੇ ਮਤਲਬ ਗੱਡੀ ਚੜ੍ਹਾ ਦੇਣੀ, ਉਪਗ੍ਰਹਿ ਮੰਤਰੀ ਦਾ ਬਿਆਨ ਇਸ ਤਰੀਕੇ ਦਾ ਆਉਣਾ ਕਿ ਤੁਸੀਂ ਮੇਰੇ ਬਾਰੇ ਜਾਣਦੇ ਨਹੀਂ ਮੈਂ ਕੌਣ ਹਾਂ, ਤੇ ਉਧਰੋਂ ਸਰਪੰਚ ਸਾਹਿਬ ਵੱਲੋਂ ਇਹ ਗੱਲ ਦਾ ਮਤਲਬ ਖਦਸ਼ਾ ਜ਼ਾਹਰ ਕਰ ਦੇਣਾ ਕਿ ਉਹ ਆਦਮੀ ਇੱਥੇ ਆਉਣ ਦੀ ਸਮਰੱਥਾ 'ਚ ਹੀ ਨਹੀਂ ਸੀ, ਔਰ ਉਹ ਆਦਮੀ ਦੇ ਬਾਰੇ ਇਹ ਵੀ ਕਿਹਾ ਗਿਆ ਕਿ ਉਹ ਆਦਮੀ ਤਾਂ ਅੱਜ ਤੱਕ ਮਤਲਬ ਮੋਰਚੇ 'ਚ ਕਦੇ ਗਿਆ ਹੀ ਨਹੀਂ। ਜਿੰਨੀ ਵਾਰ ਸਾਡੇ ਲੋਕ ਗਏ ਨੇ, ਆਮ ਲੋਕ ਜਾਂਦੇ ਨੇ, ਉਹ ਬੰਦੇ ਦਾ ਕੋਈ ਮੋਰਚੇ ਨਾਲ ਲੱਗਾ ਦੇ ਗਾਣੇ ਸੀ। ਇਹ ਮੋਰਚੇ 'ਚ ਉਹ ਆਦਮੀ ਆਇਆ ਕਿਵੇਂ, ਇਹ ਇੱਕ ਮਤਲਬ ਪ੍ਰਸ਼ਨ ਹੈ। ਅਗਲੀ ਗੱਲ, ਹੁਣ ਇੱਥੇ ਆ ਕੇ ਉਹ ਆਦਮੀ ਮਤਲਬ ਨਿਹੰਗ ਸਿੰਘਾਂ ਦੇ ਬਾਣੇ 'ਚ ਰਹਿੰਦਾ ਹੈ, ਇੱਥੇ ਆ ਕੇ ਉਹ ਕਸ਼ਹਿਰਾ ਪਾ ਕੇ ਮਤਲਬ ਤੁਸੀਂ ਦੇਖੀਏ ਜਿਹੜੀ ਫੋਟੋ ਉਹਦੀ, ਉਹ ਕਸ਼ਹਿਰਾ ਪਾਇਆ ਹੋਇਆ। ਇਹ ਸਾਰੀਆਂ ਗੱਲਾਂ ਤੋਂ ਸਿਰੋਂ ਬੰਦਾ ਮੋਨਾ ਹੈ। ਅਗਰ ਇਹ ਕੁਛ ਹੈ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਇਹ ਜਾਂਚ ਦਾ ਵਿਸ਼ਾ ਹੈ। ਇਹਦੀ ਗੰਭੀਰਤਾ ਨਾਲ ਅਸੀਂ ਮੰਗ ਕਰਦੇ ਹਾਂ ਕਿ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਮੋਰਚੇ ਨੂੰ ਸਾਰੇ ਸਿਨੈਰੀਓ ਨੂੰ ਜੇ ਅਸੀਂ ਵੇਖਿਆ ਤਾਂ ਵੇਖਣ ਤੋਂ ਇਹ ਪਤਾ ਲੱਗਦਾ ਕਿ ਕੋਈ ਸਾਜ਼ਿਸ਼ ਹੈ, ਕਿਸੇ ਸਾਜ਼ਿਸ਼ ਦੇ ਤਹਿਤ ਇਸ ਸਾਰੀ ਘਟਨਾ ਨੂੰ ਮਤਲਬ ਅੰਜਾਮ ਦਿੱਤਾ ਗਿਆ ਜਿਹਦੇ ਕਰਕੇ ਮਤਲਬ ਸਖਤਾ ਕਿ ਸਾਡਾ ਮਤਲਬ ਮੋਰਚਾ ਬਦਨਾਮ ਹੋਵੇ। ਇਸੇ ਕਰਕੇ ਮੋਰਚਾ ਦੀ ਮੰਗ ਕਰਦਾ ਕਿ ਇਹਦੀ ਗੰਭੀਰਤਾ ਨਾਲ ਮਤਲਬ ਜਾਂਚ ਹੋਣੀ ਚਾਹੀਦੀ ਹੈ। ਕਹਿ ਰਹੇ ਕਿ ਮੋਰਚੇ ਨੇ ਤਾਂ ਸਾਡੇ ਨਾਲੋਂ ਪੱਲਾ ਝਾੜ ਲਿਆ, ਕਹਿੰਦੇ ਕਿ ਨਾਲ ਖੜਨਾ ਚਾਹੀਦਾ ਸੀ, ਉਹ ਕਹਿੰਦੇ ਅਸੀਂ ਤਾਂ ਖੜੇ ਬੈਠੇ ਉਹਨਾਂ ਕਰਕੇ। ਦੇਖੋ, ਨਿਹੰਗ ਸਿੰਘਾਂ ਦੀ ਇਹ ਨਹੀਂ ਹੈ ਗੱਲ ਕਿ ਮੋਰਚੇ ਦੇ ਨਾਲੋਂ ਮੋਰਚੇ ਨੇ ਇਹ ਕਹਿਤਾ ਹੋਵੇ ਵੀ ਮਤਲਬ ਸਾਡਾ ਨਿਹੰਗ ਸਿੰਘਾਂ ਨਾਲ ਕੋਈ ਉਹ ਗੱਲ ਨਹੀਂ ਹੈ। ਇਹਨੂੰ ਸਮਝਣ ਦੀ ਲੋੜ ਹੈ। ਸਾਰੇ ਨਿਹੰਗ ਸਿੰਘਾਂ ਦੀ ਕੋਈ ਗੱਲ ਨਹੀਂ ਆਏਗੀ, ਮੋਰਚੇ ਨੇ ਕਿਤੇ ਵੀ ਨਹੀਂ ਕਿਹਾ, ਇੱਕ ਜਥੇਬੰਦੀ ਦੀ ਗੱਲ ਆਈ ਹੈ। ਇੱਕ ਗੱਲ। ਨੰਬਰ 2, ਨਿਹੰਗ ਸਿੰਘਾਂ ਬਾਰੇ ਅਸੀਂ ਕੱਲ ਵੀ ਗੱਲ ਕੀਤੀ ਸੀਗੀ, ਅੱਜ ਵੀ ਅਸੀਂ ਇਹ ਦੱਸਦੇ ਹਾਂ ਕਿ ਇਹ ਬੰਦੇ ਸਾਡੇ ਮੋਰਚੇ ਦਾ ਭਾਵੇਂ
ਮੋਰਚੇ ਦਾ ਹਿੱਸਾ ਕਿਵੇਂ ਹੁੰਦੇ ਨੇ ਕਿ ਜੇ ਕੋਈ 32 ਜਥੇਬੰਦੀਆਂ ਬਣੀਆਂ ਨੇ, ਉਸ ਤੋਂ ਅੱਗੇ 400 ਜਥੇਬੰਦੀ ਇਕੱਠੀ ਹੋ ਗਈ, ਉਹ 400 ਜਥੇਬੰਦੀ ਦੇ ਵਿੱਚ ਕੋਈ ਮਤਲਬ ਨਿਹੰਗ ਸਿੰਘਾਂ ਦੀ ਜਥੇਬੰਦੀ ਦਾ ਉਹਦੇ ਨਾਲ ਮਤਲਬ ਕੋਈ ਉਹਦੇ ਵਿੱਚ ਰਜਿਸਟਰਡ ਨਹੀਂ ਹੈ, ਉਹਦੇ ਨਾਲ ਜੁੜੀ ਨਹੀਂ ਹੈ। ਲੇਕਿਨ ਬਾਹਰੋਂ ਸਪੋਰਟ ਆ ਜਿਹੜੀ ਉਹ ਬੜੀ ਦੁਨੀਆ ਦੇ ਰਹੀ ਹੈ ਸਾਨੂੰ, ਤਰ੍ਹਾਂ ਤਰ੍ਹਾਂ ਦੇ ਮਤਲਬ ਲੋਕਾਂ ਤੋਂ ਸਪੋਰਟ ਆ ਰਹੀ ਹੈ। ਔਰ ਉਹਨਾਂ ਨੂੰ ਜਿਹੜੇ ਸਪੋਰਟ ਦੇ ਰਹੇ ਨੇ ਉਹ ਸਪੋਰਟ ਦੇ ਰਹੇ ਨੇ, ਉਹ ਤੇ ਉਹਨਾਂ ਨੂੰ ਥੋੜ੍ਹੀ ਕਿਹਾ ਜਾ ਸਕਦਾ ਵੀ ਉਹ ਸਾਡੀ ਸਪੋਰਟ ਨਹੀਂ ਕਰ ਰਹੇ। ਜਿਹੜਾ ਬੰਦਾ ਜਿੱਥੇ ਬੈਠਾ ਵੀ ਸਾਡੀ ਸਪੋਰਟ ਕਰਦਾ, ਅਸੀਂ ਉਹਦੀ ਸਪੋਰਟ ਦੀ ਨੂੰ ਬਾਹਰਲੀ ਸਪੋਰਟ ਆ ਉਹਨੂੰ ਸਵੀਕਾਰਿਆ, ਲੋਕਾਂ ਨੇ ਦਿੱਤੀ ਹੈ ਸਾਨੂੰ ਸਪੋਰਟ। ਇਹੋ ਜੀ ਕੋਈ ਗੱਲ ਨਹੀਂ ਜੇ ਅਸੀਂ ਕੋਈ ਮਤਲਬ ਵੀ ਪੱਲਾ ਝਾੜਨ ਵਾਲੀ ਗੱਲ। ਹਾਂ, ਉਸ ਘਟਨਾ ਨਾਲ ਮੋਰਚਾ ਜ਼ਰੂਰ ਇਹ ਸਮਝਦਾ ਹੈ ਕਿ ਉਹਦੇ ਨਾਲ ਸਾਡਾ ਕੋਈ ਤਾਲੁਕ ਨਹੀਂ ਹੈ। ਇੱਕ ਚੀਜ਼ ਮੈਨੂੰ ਦੱਸਿਓ, ਜਦੋਂ ਮੋਰਚਾ ਲੱਗਿਆ ਸੀ ਉਦੋਂ ਤੁਹਾਡੇ ਵੱਲੋਂ ਸਿਕਿਉਰਿਟੀ ਦੇ ਪਰਪਸ ਨਾਲ ਸਿਕਿਉਰਿਟੀ ਗਾਰਡ ਕਹਿ ਲਓ ਜਾਂ ਫਿਰ ਫੋਰਸ ਇਖਤਿਆਰ ਕੀਤੀ ਗਈ ਸੀ। ਲੰਬਾ ਸਮਾਂ ਹੋ ਗਿਆ, ਉਹ ਚੀਜ਼ਾਂ ਨਜ਼ਰ ਹੀ ਨਹੀਂ ਆਉਂਦੀਆਂ। ਜੇ ਸ਼ਾਇਦ ਇਸ ਤਰ੍ਹਾਂ ਕੋਈ ਨੌਜਵਾਨ ਪਹਿਰੇ ਤੇ ਹੁੰਦੇ ਤਾਂ ਸ਼ਾਇਦ ਇਹ ਘਟਨਾ ਨਾ ਵਾਪਰਦੀ। ਨਹੀਂ, ਇਹਦੇ 'ਚ ਥੋੜਾ ਜਿਹਾ ਗੱਲ ਨੂੰ, ਦੋ ਤਿੰਨ ਗੱਲਾਂ ਨੂੰ ਤੁਸੀਂ ਧਿਆਨ ਦੇਵੋਗੇ ਨਾ, ਫਿਰ ਕੁਝ ਗੱਲਾਂ ਮਤਲਬ ਨਿਕਲ ਕੇ ਸਾਹਮਣੇ ਆਉਣਗੀਆਂ। ਵਲੰਟੀਅਰਸ ਨੇ ਜਾਂ ਜਿਹੜੇ ਉੱਥੇ ਮੌਕੇ ਤੇ, ਇੱਕ ਤਾਂ ਇਹ ਗੱਲ ਕਿ ਉਸ ਵੇਲੇ ਸਾਰੀਆਂ ਜਥੇਬੰਦੀਆਂ ਮਤਲਬ ਪਹਿਰਾ ਦਿਆ ਕਰਦੀਆਂ ਸੀ। ਹੌਲੀ ਹੌਲੀ ਇੱਥੇ ਇੱਕ ਪ੍ਰਬੰਧਕੀ ਟੀਮ ਬਣ ਗਈ। ਉਸ ਪ੍ਰਬੰਧਕੀ ਟੀਮ ਨੇ ਅੱਗੇ ਮਤਲਬ ਵਾਰਡ ਵੰਡਤੇ। ਉਹਨਾਂ ਵਾਰਡਾਂ ਦੇ ਵਿੱਚ ਡਿਊਟੀ ਲਾਤੀ ਕਿ ਤੁਸੀਂ ਆਪਦੀ ਇਸ ਵਾਰਡ ਦੇ ਵਿੱਚ ਆ 15 ਚੌਪੜੀਆਂ ਜਾਂ 50 ਚੌਪੜੀਆਂ ਜਾਂ 30 ਚੌਪੜੀਆਂ ਤੁਹਾਡੇ ਅੰਡਰ ਨੇ, ਤੁਸੀਂ ਇੱਥੇ ਆਪਦੀ ਇਸ ਵਾਰਡ ਦੇ ਵਿੱਚ ਨਿਗਰਾਨੀ ਕਰਨੀ ਹੈ, ਉਹਦੀ ਪਹਿਰੇਦਾਰੀ ਕਰਨੀ। ਉਹ ਉੱਥੇ ਹੀ ਮਤਲਬ ਆਪਦਾ ਕੰਮ ਉਹਨਾਂ ਨੇ ਸਾਂਭਲਿਆ। ਇਸ ਕਰਕੇ ਮਤਲਬ ਇੱਥੇ ਮਤਲਬ ਘੱਟ ਘਟਨਾ ਸੁਭਾਵਿਕ ਬਣ ਗਿਆ, ਇੱਕ ਗੱਲ। ਨੰਬਰ 2, ਫਿਰ ਇਹ ਗੱਲ ਅੱਗੇ ਆ ਗਈ ਕਿ ਸਾਰੀਆਂ ਜਥੇਬੰਦੀਆਂ ਡੇਲੀ ਇੱਥੇ ਮਤਲਬ ਆਪਦੇ ਵਲੰਟੀਅਰ ਭੇਜਣ ਦੀ ਬਜਾਏ ਉਹ ਆਪਣੇ ਆਪਣੇ ਵਾਰਡਾਂ ਸੰਭਾਲਣ। ਔਰ ਇੱਥੇ 3 ਜਥੇਬੰਦੀਆਂ ਦੀ ਡਿਊਟੀ ਲੱਗੇ। ਹੁਣ ਜਿਹੜੀਆਂ 3 ਜਥੇਬੰਦੀਆਂ ਦੀ ਉੱਥੇ ਡਿਊਟੀ ਲੱਗਦੀ ਹੈ, ਉਹ 3 ਜਥੇਬੰਦੀਆਂ ਨੇ ਸੁਬਾਹ ਮਤਲਬ 9 ਵਜੇ ਤੱਕ ਉਹਨਾਂ ਨੇ ਡਿਊਟੀ ਨਿਭਾਉਣੀ ਹੁੰਦੀ ਹੈ। ਦੂਸਰੀਆਂ ਜਥੇਬੰਦੀਆਂ ਉਹਦੇ ਤੋਂ ਮਤਲਬ ਬੇਫਿਕਰ ਹੁੰਦੀਆਂ ਕਿ ਉਹਨਾਂ ਨੇ ਮਤਲਬ ਡਿਊਟੀ ਨਿਭਾਉਣੀ ਹੈ। ਔਰ ਜਿਹੜੀਆਂ ਸਾਡੀਆਂ ਜਥੇਬੰਦੀਆਂ ਉੱਥੇ ਸੀ, ਉਹਨਾਂ ਨੇ ਜਿਹੜਾ ਹੁਣ ਪੁਲਿਸ ਦਾ ਬਿਆਨ ਆ ਰਿਹਾ ਉਹ ਵੀ ਕਲੀਅਰ ਕਰ ਰਿਹਾ ਹੈ ਨਾ ਕਿ ਸਾਨੂੰ 5 ਵਜੇ ਇਨਫੋਰਮੇਸ਼ਨ ਮਿਲਦੀ ਹੈ। 5 ਵਜੇ ਇਨਫੋਰਮੇਸ਼ਨ ਮਿਲਦੀ ਹੈ। ਜਿਹੜੀ ਉੱਥੇ ਮਤਲਬ ਘਟਨਾ ਘਟਦੀ ਹੈ ਉਹ 5:35 ਤੇ ਉਹ ਆਦਮੀ ਸਟੇਜ ਦੇ ਨੇੜੇ ਹੈ। ਉਸ ਆਦਮੀ ਦੀ ਉਸ ਵੇਲੇ ਦੀ ਜਿਹੜੀ ਵੀਡੀਓ ਹੈ। ਹੁਣ 5 ਵਜੇ ਅਸੀਂ ਸੂਚਨਾ ਦੇ ਰਹੇ ਹਾਂ ਪੁਲਿਸ ਫੋਰਸ ਨੂੰ। ਜਿੰਨੇ ਕੁ ਬੰਦੇ ਸਾਡੇ ਵਲੰਟੀਅਰ ਨੇ ਉਹ ਉਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ। ਉਹਨਾਂ ਨੇ ਉਹਨਾਂ ਨੂੰ ਇਹ ਵੀ ਕਿਹਾ ਵੀ ਤੁਸੀਂ ਗਲਤ ਕਰ ਰਹੇ ਹੋ, ਇਹਨੂੰ ਆਪਦੇ ਤੰਬੂ ਦੇ ਵਿੱਚ ਉੱਥੇ ਲੈ ਕੇ ਜਾਓ। ਔਰ ਜਾ ਕੇ ਨਾਲ ਦੀ ਨਾਲ ਮਤਲਬ ਪੁਲਿਸ ਨੂੰ ਸੂਚਨਾ ਦਿੱਤੀ ਹੈ ਕਿ ਇਸ ਗੱਲ ਨੂੰ ਤੁਸੀਂ ਕਵਰ ਕਰਨ ਦੀ ਕੋਸ਼ਿਸ਼ ਕਰੋ। ਤਾਂ ਮੋਰਚੇ ਦੇ ਲੋਕਾਂ ਨੂੰ ਦੇ ਉੱਤੇ ਉਂਗਲ ਉਠਾਉਣ ਦੀ ਬਜਾਏ ਇਹ ਚਾਹੀਦੀ ਗੱਲ ਇਹ ਹੈ ਕਿ ਉਸ ਵੇਲੇ ਅਗਰ ਪੁਲਿਸ ਪ੍ਰਸ਼ਾਸਨ ਸਤਰਕ ਹੁੰਦਾ ਤਾਂ ਮੈਨੂੰ ਲੱਗਦਾ ਉਹ ਚੀਜ਼ ਮਤਲਬ ਕਵਰ ਕੀਤੀ ਜਾ ਸਕਦੀ ਸੀ। ਇਸ ਘਟਨਾ ਤੋਂ ਸਬਕ ਕੀ ਲਿਆ ਡੱਲੇਵਾਲ ਸਾਹਿਬ, ਤਾਂ ਕਿ ਅੱਗੇ ਕੋਈ ਅਜਿਹੀਆਂ ਘਟਨਾਵਾਂ ਨਾ ਹੋਣ? ਅਸੀਂ ਦੇਖੋ ਜਿਹੜੀ ਇਹ ਘਟਨਾ ਘਟੀ ਹੈ ਇਹ ਬਹੁਤ ਮੰਦਭਾਗੀ ਹੈ। ਮੋਰਚੇ ਨੂੰ ਇੱਕ ਤਰ੍ਹਾਂ ਦਾ ਬਦਨਾਮ ਕਰਨ ਵਾਲੀ ਗੱਲ ਹੈ। ਮੋਰਚਾ ਬੈਕਫੁੱਟ ਤੇ ਜਾਣ ਵਾਲੀ ਗੱਲ ਹੈ। ਮਹਿਸੂਸ ਕਰਦੇ ਹਾਂ ਕਿ ਅਜਿਹੀਆਂ ਘਟਨਾਵਾਂ ਕਦੇ ਵੀ ਮੋਰਚੇ ਦੇ ਵਿੱਚ ਨਹੀਂ ਘਟਣੀਆਂ ਚਾਹੀਦੀਆਂ। ਔਰ ਅੱਗੇ ਤੋਂ ਅਸੀਂ ਸਾਰੀ ਲੀਡਰਸ਼ਿਪ ਨੂੰ ਜਿੱਥੇ ਵੀ ਨੇ, ਕਿਉਂਕਿ ਇੱਕ ਤਾਂ ਇਹ ਵੀ ਸੀ ਗੱਲ ਪ੍ਰੋਗਰਾਮ ਉਹੋ ਜਿਹੇ ਦਿੱਤੇ ਹੋਏ ਸੀਗੇ, ਯੂਪੀ ਵਾਲੇ ਪ੍ਰੋਗਰਾਮ ਚੋਂ ਆਈ ਸਾਰੀ ਲੀਡਰਸ਼ਿਪ। ਉਸ ਤੋਂ ਬਾਅਦ ਅਗਲਾ ਆ ਗਿਆ ਕਿ ਅਸੀਂ ਮਤਲਬ 15 ਤਰੀਕ ਨੂੰ ਦੁਸਹਿਰੇ ਦੇ ਉੱਤੇ ਮੋਦੀ ਦੇ ਅਮਿਤ ਸ਼ਾਹ ਲੀਡਰਸ਼ਿਪ ਦੇ ਇਸ ਤਰੀਕੇ ਦੇ ਨਾਲ ਦੁਸਹਿਰੇ ਦੇ ਉੱਤੇ ਪੁਤਲੇ ਫੂਕਣ ਦਾ ਪ੍ਰੋਗਰਾਮ ਸੀ। ਉਹ ਸਾਰੀ ਲੀਡਰਸ਼ਿਪ ਆਪਣੇ ਆਪਣੇ ਮਤਲਬ ਸਟੇਟਾਂ ਦੇ ਵਿੱਚ ਗਈ ਹੋਈ ਸੀ। ਉਹਨਾਂ ਨੂੰ ਸਾਰਿਆਂ ਨੂੰ ਅਸੀਂ ਮਤਲਬ ਇੱਥੇ ਬੁਲਾਇਆ। ਇੱਕ ਗੱਲ। ਨੰਬਰ 2, ਕੱਲ ਮੀਟਿੰਗ ਕਰਕੇ ਅਸੀਂ ਫੈਸਲਾ ਲਿਆ ਕਿ ਅਸੀਂ ਸਾਰੀਆਂ ਸਿੱਖ ਸੰਸਥਾਵਾਂ, ਸਾਰੀਆਂ ਸਿੱਖ ਜਥੇਬੰਦੀਆਂ ਉਹਨਾਂ ਨਾਲ ਬੈਠਾਂਗੇ, ਬੈਠ ਕੇ ਗੱਲ ਕਰਾਂਗੇ ਕਿ ਦੇਖੋ ਇਹ ਮੋਰਚਾ ਜਿਹੜਾ ਇਹਨੂੰ ਕਿਸੇ ਵੀ ਤਰੀਕੇ ਦੇ ਨਾਲ ਕਿਸਾਨੀ ਅੰਦੋਲਨ ਨੂੰ, ਸਰਕਾਰ ਨੂੰ ਜਾਂ ਏਜੰਸੀਆਂ ਨੂੰ ਮੌਕਾ ਨਾ ਮਿਲੇ ਕਿ ਇਹ ਮਤਲਬ ਇੱਕ ਧਾਰਮਿਕ ਮੈਟਰ ਬਣ ਕੇ ਰਹਿ ਜੇ। ਕਿਉਂਕਿ ਜਦੋਂ ਧਾਰਮਿਕ ਮੈਟਰ ਬਣਦਾ ਨਾ ਜੀ, ਉਦੋਂ ਮੋਰਚਾ ਦਾ ਅਸਲ ਧਿਆਨ ਅਸਲ ਟਿਕਾਣੇ ਤੋਂ ਉਖੜ ਕੇ ਦੂਜੇ ਪਾਸੇ ਚਲਿਆ ਜਾਂਦਾ ਹੈ। ਅੱਜ ਕਿੱਡੀ ਵੱਡੀ ਗੱਲ ਸੀਗੀ ਕਿ ਪੰਜਾਬ ਸਾਰਾ BSF ਦੇ ਅੰਡਰ ਕਰਤਾ, ਲਗਭਗ ਅੱਧਾ ਪੰਜਾਬ BSF ਦੇ ਅੰਡਰ ਕਰਤਾ। ਚਰਚਾ ਉਹਦੇ ਤੇ ਹੋਣੀ ਬਣਦੀ ਸੀ ਨਾ, ਔਰ ਇਸ ਘਟਨਾ ਨੇ ਉਹ ਚਰਚਾ ਨੂੰ ਵਿੱਚੇ ਮਤਲਬ ਰੋਲਤਾ। ਉਹਦੇ ਤੇ ਕੋਈ ਚਰਚਾ ਬੰਦ ਹੋ ਗਈ, ਇਹਦੇ ਤੇ ਚਰਚਾ ਹੋਣੀ ਸ਼ੁਰੂ ਹੋ ਗਈ। ਤਾਂ ਸਾਨੂੰ ਮਤਲਬ ਸਮੇਂ ਦੇ ਉੱਤੇ ਆਪਦੇ ਬੈਠ ਕੇ ਵਿਚਾਰਨ ਦੀ ਲੋੜ ਹੈ ਤੇ ਮੰਥਨ ਕਰਾਂਗੇ ਅਸੀਂ, ਤਾਂ ਕਿ ਅੱਗੇ ਤੋਂ ਸਮੇਂ ਨੂੰ ਸੰਭਾਲ ਕੇ ਹਰ ਗੱਲ ਨੂੰ ਵਕਤ ਸਿਰ ਸੰਭਾਲਿਆ ਜਾਵੇ। ਇਹ ਅਸੀਂ ਵਿਚਾਰ ਕਰਾਂਗੇ। ਨਿਹੰਗ ਜਥੇਬੰਦੀਆਂ ਬਾਰਡਰ ਤੇ ਬੈਠੇ ਉਹਨਾਂ ਨਾਲ ਵੀ ਤਾਲਮੇਲ ਕਰੋਗੇ ਤੁਸੀਂ? ਨਹੀਂ, ਉਹਨਾਂ ਨਾਲ ਸਾਡਾ ਤਾਲਮੇਲ ਕੱਲ ਵੀ ਹੋਈਆਂ ਸਾਡੀਆਂ ਮੀਟਿੰਗਾਂ। ਉਹਨਾਂ ਨਾਲ ਕੋਈ ਐ ਨਹੀਂ ਹੈ ਗੱਲ, ਉਹਨਾਂ ਨਾਲ ਕੋਈ ਮੀਟਿੰਗ ਨਹੀਂ। ਕੱਲ ਵੀ ਸਾਡੀ ਮੀਟਿੰਗ ਹੋਈ, ਸ਼ਾਮ ਨੂੰ ਵੀ ਸਿਰਸਾ ਸਾਹਿਬ ਉਹਨਾਂ ਨਾਲ ਮਿਲ ਕੇ ਆਏ ਨੇ। ਔਰ ਉਹਨਾਂ ਨੇ ਸਾਨੂੰ ਕਿਹਾ ਵੀ ਜੇ ਅਸੀਂ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ ਤਾਂ ਅਸੀਂ ਇਹਦੇ ਤੇ ਮਤਲਬ ਸਰੈਂਡਰ ਕਰਾਂਗੇ। ਅਸੀਂ ਕੋਈ ਦਿੱਕਤ ਨਹੀਂ ਹੈ। ਉਹਨਾਂ ਨੇ ਕਲੀਅਰ ਕੱਟ ਗਈਆਂ ਗੱਲਾਂ ਸਾਨੂੰ ਕਿ ਜੇ ਅਸੀਂ ਇਹ ਕੀਤਾ ਹੈ। ਹਾਂ, ਅਸੀਂ ਇਹ ਜ਼ਰੂਰ ਹੈ
ਕਿ ਜੇ ਉਹਨਾਂ ਨੇ ਕੀਤਾ, ਉਹਨਾਂ ਨੇ ਸਰੈਂਡਰ ਕਰਨ ਦੀ ਗੱਲ ਵੀ ਕਰ ਲਈ ਵੀ ਅਸੀਂ ਸਰੈਂਡਰ ਕਰਾਂਗੇ। ਹੁਣ ਦੇਖੋ ਸੁਸਾਇਟੀ ਕਿੱਡੀ ਵੱਡੀ ਹੈ, ਇਹਦੇ ਵਿੱਚ ਵੱਖ-ਵੱਖ ਵਿਚਾਰਧਾਰਾਵਾਂ ਨੇ। ਕੋਈ ਆਦਮੀ ਇਸ ਵਿਚਾਰ ਦਾ ਵੀ, ਹੁਣ ਅਸੀਂ ਵੀ ਹੋ ਸਕਦਾ ਇਹੀ ਵਿਚਾਰਦੇ ਹਾਂ ਹੋਈਏ ਕਿ ਵੀ ਨਹੀਂ ਸਾਨੂੰ ਮਤਲਬ ਕਾਨੂੰਨ ਦੇ ਰਾਹੀਂ ਗੱਲ ਕਰਨੀ ਬਣਦੀ ਹੈ, ਔਰ ਉਹ ਇੱਕ ਵਿਚਾਰਧਾਰਾ ਉਹਨੂੰ ਉੱਥੇ ਐਟ ਦੀ ਸਪੌਟ ਮਤਲਬ ਗੱਲ ਕਰਨ ਵਾਲੇ ਪਾਸੇ ਨੂੰ ਮਤਲਬ ਆਪਦੀ ਉਹਨਾਂ ਦਾ ਕੀ ਫੈਸਲਾ ਹੈ, ਉਹ ਆਪਦੇ ਢੰਗ ਨਾਲ ਫੈਸਲਾ ਲਿਆ ਉਹਨਾਂ ਨੇ, ਉਹਨਾਂ ਦਾ ਆਪਦਾ ਸੀ। ਪਰ ਜੇ ਉਹਨਾਂ ਨੇ ਆਪਦੇ ਢੰਗ ਨਾਲ ਫੈਸਲਾ ਲਿਆ ਹੈ ਤਾਂ ਉਹ ਇਹ ਵੀ ਤਾਂ ਗੱਲ ਹੈ ਨਾ ਕਿ ਉਹ ਮਤਲਬ ਸਰੈਂਡਰ ਕਰਦੇ ਨੇ। ਤੁਹਾਨੂੰ ਇਹ ਨਹੀਂ ਲੱਗਦਾ ਕਿ ਹੁਣ ਤੱਕ ਡਿਫਰੈਂਸ ਕੁਝ ਵੱਧਦੇ ਗਏ ਆ ਕਿਸਾਨ ਜਥੇਬੰਦੀਆਂ ਵਿਚਾਲੇ ਔਰ ਨਿਹੰਗ ਸਿੰਘ ਜਥੇਬੰਦੀਆਂ ਬਾਰੇ? ਜੇ ਟਾਈਮ ਟੂ ਟਾਈਮ ਉਹਨਾਂ ਦੇ ਨਾਲ ਮੀਟਿੰਗਸ ਜਾਂ ਰਾਬਤਾ ਕਾਇਮ ਰਹਿੰਦਾ ਤਾਂ ਸ਼ਾਇਦ ਇਸ ਘਟਨਾ ਵੀ ਨਾ ਵਾਪਰਦੀ ਜਾਂ ਤਾਲਮੇਲ ਬਣਿਆ ਰਹਿਣਾ ਚਾਹੀਦਾ ਸੀਗਾ। ਨਹੀਂ ਦੇਖੋ ਗੱਲ ਇਹ ਹੈ, ਜਦੋਂ ਏਜੰਸੀਆਂ ਕਿਸੇ ਘਟਨਾ ਨੂੰ ਅੰਜਾਮ ਦੇਣ ਤੇ ਆਉਂਦੀਆਂ ਹੈ, ਉਦੋਂ ਜਿੰਨਾ ਮਰਜ਼ੀ ਜ਼ੋਰ ਲਾ ਲੇ ਕੋਈ, ਉਦੋਂ ਉਹ ਟਲ ਨਹੀਂ ਸਕਦਾ ਉਹਨੂੰ, ਕਿਉਂਕਿ ਉਹ ਉਦੋਂ ਵੀ ਜ਼ਿਆਦਾ ਸਤਰਕ ਹੋ ਕੇ, ਉਦੋਂ ਵੀ ਜ਼ਿਆਦਾ ਤੇਜ਼ ਹੋ ਕੇ ਉਹ ਕੰਮ ਕਰਦੀਆਂ। ਜਿਹੜਾ ਜਿੱਥੋਂ ਅਸੀਂ ਮਤਲਬ ਮੰਨ ਲਓ ਕਿਤੇ ਲਾਈਟ ਜਗਾਤੀ ਵੀ ਇਸ ਗਲੀ ਦੇ ਵਿੱਚ ਲਾਈਟ ਜਗਦੀ ਹੈ, ਇਸ ਗਲੀ ਤੋਂ ਮਤਲਬ ਕੋਈ ਬੰਦਾ ਚੋਰ ਆਵੇ, ਕੋਈ ਗਲਤ ਬੰਦਾ ਆਵੇ ਤਾਂ ਉਹਦੀ ਪਰਖ ਹੋਵੇ, ਇਹ ਸਤਰਕ ਹੋਣ ਦੀ ਗੱਲ ਹੈ ਨਾ। ਤੇ ਜਿਹਨੂੰ ਪਤਾ ਵੀ ਇਸ ਗਲੀ 'ਚ ਲਾਈਟ ਜਗਦੀ ਹੈ, ਉਸ ਗਲੀ 'ਚ ਕਿਉਂ ਆਊਗਾ, ਉਹ ਹੋਰ ਰਸਤਾ ਲੱਭ ਲੂਗਾ। ਸੋ ਇਸ ਕਰਕੇ ਉਹ ਹੋਰ ਮਤਲਬ ਨਵੇਂ ਰਸਤੇ ਲੱਭਣ ਦੀ ਕੋਸ਼ਿਸ਼ ਕਰਦੇ ਨੇ। ਤੁਸੀਂ ਅੰਦਾਜ਼ਾ ਲਓ, ਪਹਿਲਾਂ ਤਾਂ ਲਖਨਪੁਰ ਖੀਰੀ ਦੀ ਘਟਨਾ ਘਟਦੀ ਹੈ, ਉੱਥੇ ਸਾਡੇ ਕਿਸਾਨਾਂ ਦੇ ਉੱਤੇ ਮਤਲਬ ਗੱਡੀਆਂ ਚੜਾ ਕੇ ਕਿਸਾਨ ਮਾਰ ਦਿੱਤੇ ਜਾਂਦੇ ਆ। ਉਹਦੀ ਹਜੇ ਲੜਾਈ ਸਾਡੀ ਬਾਕੀ ਸੀ, ਉਹਦੇ ਵਿੱਚੋਂ ਫਿਰ ਕੀ ਜਨਮ ਲੈ ਲਿਆ, ਇਸ ਗੱਲ ਨੇ ਜਨਮ ਲੈ ਲਿਆ। ਉਹਨੂੰ ਵੀ ਉਸ ਇਲਾਕੇ ਦੇ ਵਿੱਚ, ਕਿਉਂਕਿ ਸਿੱਖ ਕਮਿਊਨਿਟੀ ਅੰਦੋਲਨ ਲੜ ਰਹੀ ਹੈ ਜ਼ਿਆਦਾ, ਤੇ ਉਹ ਜ਼ਿਆਦਾ ਸੁਭਾਵਿਕ ਹੈ ਕਿ ਜਿਹੜੇ ਅੰਦੋਲਨ ਦੇ ਵਿੱਚ ਜ਼ਿਆਦਾ ਪਾਰਟਿਸਿਪੇਟ ਕਰਨਗੇ, ਅਗਰ ਕੋਈ ਘਟਨਾ ਘਟੇਗੀ ਤਾਂ ਉਹਨਾਂ ਨੂੰ ਮਤਲਬ ਕੁਰਬਾਨੀਆਂ ਜ਼ਿਆਦਾ ਦੇਣੀਆਂ ਪੈਣਗੀਆਂ। ਉੱਥੇ 4 ਸਾਡੇ ਸਿੱਖ ਹੀ ਮਤਲਬ ਸ਼ਹੀਦ ਹੋਏ ਨੇ, ਔਰ ਉਹਨੂੰ ਵੀ ਹਿੰਦੂ ਸਿੱਖ ਬਣਾਉਣ ਦੀ ਕੋਸ਼ਿਸ਼ ਹੋ ਸਕਦੀ ਸੀ। ਉਹਦੇ ਵਿੱਚ ਇੱਕ ਹਿੰਦੂ ਪੱਤਰਕਾਰ ਦੀ ਮੌਤ ਹੋਈ, ਉਹ ਸਾਹਮਣੇ ਆਇਆ, ਤਾਂ ਉੱਥੇ ਵੀ ਉਹ ਹਿੰਦੂ ਸਿੱਖ ਬਣਨ ਤੋਂ ਮਤਲਬ ਬਚਾਅ ਹੋਇਆ, ਲੋਕਾਂ ਨੇ ਮਤਲਬ ਉਸ ਚੀਜ਼ ਨੂੰ ਕਵਰ ਕਰ ਲਿਆ। ਇੱਥੇ ਉਹਨੂੰ ਫਿਰ ਉਹ ਨਾ ਪਤਾ ਨਾ ਚੱਲਦਾ ਦਿਸਿਆ, ਤੇ ਇੱਥੇ ਇਹਨੂੰ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਪਾਸੇ ਨੂੰ ਤੋਰਨ ਵਾਸਤੇ ਸਰਕਾਰਾਂ ਦੀਆਂ ਏਜੰਸੀਆਂ ਦੀਆਂ ਚਾਲਾਂ ਨੇ, ਔਰ ਉਹ ਚਾਲ ਚੱਲਣ ਦੀ ਕੋਸ਼ਿਸ਼ ਕੀਤੀ ਹੈ। ਇਹ ਇੱਕ ਜਾਂਚ ਦਾ ਵਿਸ਼ਾ ਹੈ, ਜਾਂਚ ਦੇ ਵਿੱਚ ਏਜੰਸੀਆਂ ਨੇ ਕੀਤਾ ਸਾਰਾ। ਦੇਖੋ ਏਜੰਸੀਆਂ ਤਾਂ ਉਦੋਂ ਦੀ ਕਰਦੀਆਂ ਆ ਰਹੀਆਂ ਨੇ, ਤੁਸੀਂ ਕਿੰਨੀਆਂ ਗੱਲਾਂ ਨੋਟ ਕਰ ਲਈਏ। ਏਜੰਸੀਆਂ ਨੇ 26 ਜਨਵਰੀ ਨੂੰ ਵੀ ਜੋ ਕੁਝ ਕੀਤਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੋਇਆ। ਏਜੰਸੀਆਂ ਨੇ ਉਸ ਤੋਂ ਬਾਅਦ ਇੱਥੇ ਕੀ ਨਹੀਂ ਵੇਖਿਆ ਆਪਾਂ, ਇੱਥੇ ਗਲਤ ਆਦਮੀ ਵੀ ਭੇਜੇ, ਝੌਂਪੜੀਆਂ 'ਚ ਅੱਗਾਂ ਵੀ ਲਵਾਈਆਂ। ਹੁਣ ਇੱਕੋ ਦਿਨ 4 ਝੌਂਪੜੀਆਂ ਨੂੰ ਅੱਗ ਲੱਗ ਜਾਣੀ, ਇੱਕ ਇੱਥੇ ਲੱਗ ਜਾਂਦੀ ਹੈ ਜੀ, ਇਹਨੂੰ ਬੁਝਾ ਕੇ ਜੇ ਕੰਟਰੋਲ ਨਹੀਂ ਕਰਦੇ ਅੱਗੇ ਜਾ ਲੱਗਦੀ ਹੈ ਜੀ, ਉਹਨੂੰ ਕੰਟਰੋਲ ਨਹੀਂ ਕਰਕੇ ਅੜਦੇ ਅੱਗੇ ਜਾ ਲੱਗਦੀ ਹੈ ਜੀ। ਫੇਰ ਦੁਬਾਰਾ ਇੱਕ ਦਿਨ ਉਹ ਘਟਨਾ ਘਟ ਜਾਂਦੀਆਂ, ਫਿਰ ਉੱਥੇ 2 ਮਹੀਨੇ ਕੋਈ ਕਿਸੇ ਤਰ੍ਹਾਂ ਦੀ ਨਹੀਂ ਘਟਨਾ ਘਟਦੀ। ਕੀ ਉਦੋਂ ਗਰਮੀ ਘਟ ਗਈ ਸੀ? ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਏਜੰਸੀ ਦੀ ਖੇਡ ਆ ਉਹ। ਫਿਰ ਅੱਜ ਇੱਥੇ ਪਿਛਲੇ ਥੋੜੇ ਪਿੱਛੇ ਫਿਰ ਘਟਨਾ ਹੋਈ ਅੱਗ ਲੱਗਣ ਦੀ, ਅੱਜ ਆਹ ਘਟਨਾ ਘਟੀ ਹੈ ਤੇ ਅੱਜ ਪਿੱਛੇ ਫਿਰ ਇੱਕ ਮਤਲਬ ਅੱਗ ਲੱਗੀ ਹੈ। ਤਾਂ ਇਹ ਜਿਹੜੀਆਂ ਘਟਨਾਵਾਂ ਇੱਕ ਦੂਜੇ ਨਾਲ ਜਦੋਂ ਇਹਨਾਂ ਨੂੰ ਅਸੀਂ ਮਤਲਬ ਜੋੜਾਂਗੇ ਤਾਂ ਕਿਤੇ ਨਾ ਕਿਤੇ ਮਤਲਬ ਇਹ ਕਲੀਅਰ ਹੁੰਦਾ ਹੈ ਕਿ ਇਹ ਸਾਜ਼ਿਸ਼ਾਂ ਹੈ ਸਰਕਾਰ ਦੀਆਂ ਇਸ ਅੰਦੋਲਨ ਨੂੰ ਤਾਰ ਪੀੜੋ ਕਰਨ ਦੀਆਂ। ਇਦੋਂ ਵੀ ਵੱਡੀ ਗੱਲ ਹੋਰ ਲਓ ਕਿ ਕਿਸਾਨਾਂ ਨੇ ਫੈਸਲਾ ਕਰ ਲਿਆ ਕਿ ਬੀਜੇਪੀ ਦਾ ਵਿਰੋਧ ਕਰਾਂਗੇ। ਹੁਣ ਬੀਜੇਪੀ ਦੀ ਲੀਡਰਸ਼ਿਪ ਦੀ ਜਿਹੜੀ ਬਿਆਨਬਾਜ਼ੀ ਆਉਂਦੀ ਹੈ ਉਹ ਪ੍ਰਵੋਕ ਕਰਨ ਵਾਲੀ ਆ ਰਹੀ ਹੈ ਨਾ। ਹਮੇਸ਼ਾ ਜਿੰਨੀ ਬਿਆਨਬਾਜ਼ੀ ਦਿੱਤੀ ਉਹਨਾਂ ਨੇ ਲੋਕਾਂ ਨੂੰ ਮਤਲਬ ਕਿਸਾਨਾਂ ਨੂੰ ਚੋਰ ਤੱਕ ਵੀ ਕਹਿਤਾ, ਬਦਮਾਸ਼ ਵੀ ਕਹਿਤਾ, ਮਵਾਲੀ ਵੀ ਕਹਿਤਾ, ਸਾਰਾ ਕੁਝ ਸੁਣਿਆ ਆਪਾਂ। ਇੰਨਾ ਕੁਝ ਕਿਹਾ, ਉਹ ਕਿਉਂ ਕਹਿ ਰਹੇ ਸੀ? ਕਿਉਂਕਿ ਕਿਤੇ ਨਾ ਕਿਤੇ ਪ੍ਰਵੋਕ ਹੋ ਕੇ ਸਾਡੇ ਨਾਲ ਮਤਲਬ ਟੱਕਰ ਲੈਣ, ਸਾਡੇ ਨਾਲ ਹਮਲਾ ਕਰਨ, ਸਾਡੇ ਇਹ ਅੰਦੋਲਨ ਨੂੰ ਹਿੰਸਕ ਰੂਪ ਕਿਵੇਂ ਦਿੱਤਾ ਜਾ ਸਕਦਾ, ਉਹ ਹੁੰਦਾ ਰਿਹਾ। ਹਰਿਆਣੇ ਦੀ ਤੁਸੀਂ ਨੋਟ ਕਰੋਗੇ ਜੇ ਉਸ ਬੈਲਟ 'ਚ, ਜਿਹੜੀ ਬੈਲਟ ਦੇ ਵਿੱਚ ਹਰਿਆਣੇ ਦੇ ਲੋਕ ਜ਼ਿਆਦਾ ਅਗਰੈਸਿਵ ਨੇ, ਜੀਂਦ ਵਾਲਾ ਸਾਈਡ ਤੇ ਰੋਹਤਕ ਵਾਲੀ ਸਾਈਡ ਨੂੰ, ਹਿਸਾਰ ਸਿਰਸੇ ਵਾਲੀ ਸਾਈਡ ਨੂੰ, ਉੱਥੇ ਜਿੱਥੇ ਲੋਕ ਜ਼ਿਆਦਾ ਅਗਰੈਸਿਵ ਨੇ ਉੱਥੇ ਜਾ ਕੇ ਬੀਜੇਪੀ ਦੀ ਲੀਡਰਸ਼ਿਪ ਮਤਲਬ ਆਪਣੇ ਪ੍ਰੋਗਰਾਮ ਦਿੰਦੀ ਹੈ। ਤਾਂ ਉਹਨਾਂ ਦਾ ਮਤਲਬ ਕੀ ਹੈ ਕਿ ਇੱਥੋਂ ਜੋ ਅੱਗ ਲੱਗ ਸਕਦੀ ਹੈ, ਇੱਥੋਂ ਜੋ ਅੱਗ ਭੜਕ ਸਕਦੀ ਹੈ। ਇਹੀ ਸੇਮ ਘਟਨਾ ਮਤਲਬ ਜਿਹੜੀ ਇਹ ਲਖਨਪੁਰ ਖੀਰੀ 'ਚ ਕਰਦੀ ਹੈ। ਤਾਂ ਇਹ ਸਾਰੀਆਂ ਗੱਲਾਂ ਨੂੰ ਜਦੋਂ ਅਸੀਂ ਮਤਲਬ ਗੰਭੀਰਤਾ ਨਾਲ ਵੇਖਾਂਗੇ ਤਾਂ 100% ਇਹ ਆਪਣੇ ਆਪ ਦੇ ਵਿੱਚ ਇੱਕ ਪਿਕਚਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਲਗਾਤਾਰ RSS, BJP ਜਾਂ ਏਜੰਸੀਆਂ ਉਹ ਇਹਦੇ ਤੇ ਲੱਗੀਆਂ ਹੋਈਆਂ ਨੇ ਕਿ ਅੰਦੋਲਨ ਨੂੰ ਕਿਵੇਂ ਤਾਰਪੜ ਕੀਤਾ ਜਾ ਸਕਦਾ। ਚੀਜ਼ ਹੋਰ ਜ਼ਰੂਰ ਕਲੀਅਰ ਕਰਿਓ ਕਿ ਤੁਸੀਂ ਕੱਲ ਇੱਕ ਸਟੇਟਮੈਂਟ ਦਿੱਤੀ ਸੰਯੁਕਤ ਕਿਸਾਨ ਮੋਰਚੇ ਵੱਲੋਂ, ਜੋ ਸਟੇਟਮੈਂਟ ਆਈ ਕਿ ਇਹ ਸਾਡੇ ਅੰਦੋਲਨ ਦਾ ਪਾਰਟ ਨਹੀਂ ਗਏ ਲੋਕ। ਤੁਹਾਡੇ ਅੰਦੋਲਨ ਦਾ ਪਾਰਟ ਤੁਸੀਂ ਕਿਹਾ ਕਿ ਬੀਜੇਪੀ ਨਹੀਂ ਗਈ, ਬਾਕੀ ਤਾਂ ਸਾਰੀਆਂ ਪਾਰਟੀਆਂ ਵੀ ਨਾਲ ਖੜੀਆਂ ਨਜ਼ਰ ਆਈਆਂ, ਤੁਹਾਡੇ ਸਾਰੇ ਲੋਕ ਖੜੇ ਨਜ਼ਰ ਆਏ। ਇਹ ਹੈਗੇ ਤਾਂ ਲੋਕ ਪੰਜਾਬ ਤੋਂ ਹੀ ਆ, ਫਿਰ ਪਾਰਟ ਇਹ ਜ਼ਰੂਰ ਗੱਲ ਕਲੀਅਰ ਕਰਿਓ ਕਿਵੇਂ ਨਹੀਂ ਗਏ ਪਾਰਟ ਤੁਹਾਡੇ? ਆਏ ਤੇ ਵੀ ਲੋਕ ਪੰਜਾਬ ਤੋਂ ਹੀ ਹੋਏ ਨੇ। ਕਿਹਨਾਂ ਦੀ ਗੱਲ ਕਰਦੇ ਹੋ? ਨਿਹੰਗ ਸਿੰਘ ਜਥੇਬੰਦੀਆਂ ਦੀ ਗੱਲ ਕਰ ਰਹੇ ਆ ਜਾਂ ਜੋ ਵੀ ਜਿਹੜੇ ਲੋਕ। ਦੇਖੋ ਮੈਂ ਦੱਸਦਾ, ਅਸੀਂ ਜਿਹੜੀ ਕੱਲ ਸਟੇਟਮੈਂਟ ਦਿੱਤੀ ਆ ਉਹ ਸਟੇਟਮੈਂਟ ਦੇ ਵਿੱਚ ਅਸੀਂ ਬੜਾ ਸਾਫ਼ ਕਲੀਅਰ ਇਹ ਗੱਲ ਕਹੀ ਹੈ
ਕਿ ਇਸ ਘਟਨਾ ਦੇ ਨਾਲ ਘਟਨਾ ਘਟਣ ਵਾਲਿਆਂ ਨਾਲ ਤੇ ਪੀੜਤ ਨਾਲ ਇਸ ਅੰਦੋਲਨ ਦਾ ਕੋਈ ਸੰਬੰਧ ਨਹੀਂ। ਇਹ ਗੱਲ ਕਹੀ ਹੈ ਇੱਕ ਗੱਲ। ਦੂਜੇ ਨੰਬਰ ਦੇ ਉੱਤੇ ਮੈਂ ਫਿਰ ਕਲੀਅਰ ਕਰ ਦਿਆਂ, ਮੈਂ ਪਹਿਲਾਂ ਵੀ ਇਹ ਗੱਲ ਤੁਹਾਨੂੰ ਦੱਸੀ ਹੈ ਕਿ 400 ਜਥੇਬੰਦੀ ਹੈ। 400 ਜਥੇਬੰਦੀ ਦੇ ਵਿੱਚ ਨਿਹੰਗ ਸਿੰਘਾਂ ਦੀ ਜਥੇਬੰਦੀਆਂ ਮਤਲਬ ਉਹਦੇ ਵਿੱਚ ਨਹੀਂ ਹੈਗੀਆਂ। ਉਹ ਸਾਨੂੰ ਸਪੋਰਟ ਕਰ ਰਹੇ ਨੇ, ਬਾਹਰੋਂ ਸਪੋਰਟ ਕਰ ਰਹੇ। ਬਾਹਰੋਂ ਸਪੋਰਟ ਕਰਨ ਵਾਲੇ ਬਹੁਤ ਲੋਕ ਨੇ। ਜਿਹੜੇ ਹੁਣ ਬਾਹਰੋਂ ਸਪੋਰਟ ਕਰਦੇ ਸੀ ਉਹਨਾਂ ਨੂੰ ਕਿਵੇਂ ਕਹਾਂਗੇ ਵੀ ਤੁਸੀਂ ਸਾਡੇ ਅੰਦੋਲਨ ਦੀ ਸਪੋਰਟ ਨਾ ਕਰੋ? ਉਹਨੂੰ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਸਪੋਰਟ ਨਾ ਕਰੋ। ਉਹ ਜੇ ਸਪੋਰਟ ਕਰਦੇ ਨੇ, ਜੇ ਕੋਈ ਇੱਥੇ ਆ ਕੇ ਲੰਗਰ ਲਾ ਕੇ ਸਾਡੇ ਲੋਕਾਂ ਨੂੰ ਲੰਗਰ ਛਕਾਉਣਾ ਚਾਹੇ, ਅਸੀਂ ਉਹਨੂੰ ਕਵਾਂਗੇ ਕਿ ਤੁਸੀਂ ਭਾਈ ਇੱਥੇ ਲੰਗਰ ਕਿਉਂ ਲਾ ਰਹੇ ਹੋ? ਨਹੀਂ ਨਾ ਕਿਹਾ ਜਾ ਸਕਦਾ। ਜੇ ਕੋਈ ਹੁਣ ਫੋਰਨ ਕੰਟਰੀਜ਼ ਦੇ ਵਿੱਚ ਅਸੀਂ ਕਾਲ ਦਿੰਨੇ ਆ, ਉਹ ਫੋਰਨ ਕੰਟਰੀ ਦੇ ਵਿੱਚ ਸਾਡੀ ਕਾਲ ਨੂੰ ਲਾਗੂ ਕਰਦੇ ਆ, ਉਹਨਾਂ ਨੂੰ ਅਸੀਂ ਕਿਵੇਂ ਕਵਾਂਗੇ ਕਿ ਤੁਸੀਂ ਕੋਈ ਘਟਨਾ ਹੋਊਗੀ ਉਹ ਜੋੜ ਕੇ ਤਾਂ ਨੈਸ਼ਨਲ ਮੀਡੀਆ ਕਹਿ ਲਓ ਜਾਂ ਅਖਬਾਰਾਂ ਨੇ ਦੇਖੇ ਹੋਣਾ, ਤੁਸੀਂ ਅੱਜ ਕੀ ਪੜਿਆ, ਜਾਂ ਇੰਟਰਨੈਸ਼ਨਲ ਲੈਵਲ ਤੇ ਹੁਣ ਤੱਕ ਤੁਹਾਡੀ ਸਾਖ ਬਹੁਤ ਵਧੀਆ ਅੰਦੋਲਨ ਦੀ ਸਾਖ ਬਣੀ ਹੋਈ ਹੈ, ਡੈਮੇਜ ਤਾਂ ਹੋ ਰਹੀ ਹੈ ਨਾ ਫਿਰ ਉਹ? ਨਹੀਂ, ਡੈਮੇਜ ਹੁੰਦੀ ਹੈ, ਲੇਕਿਨ ਤੁਸੀਂ ਨੋਟ ਕਰੋ ਨਿਹੰਗ ਸਿੰਘਾਂ ਨੇ ਕੀ ਕਿਹਾ। ਉਹਨਾਂ ਨੇ ਵੀ ਬੜਾ ਕਲੀਅਰ ਕੱਟ ਕਿਹਾ ਕਿ ਇਹ ਜਿਹੜਾ ਕਾਂਡ ਹੈ, ਜਿਹੜੀ ਇਹ ਘਟਨਾ ਵਾਪਰੀ ਹੈ, ਇਹ ਇੱਕ ਸਾਡੇ ਗ੍ਰੰਥ ਦੀ, ਗੁਰੂ ਗ੍ਰੰਥ ਦੀ, ਜਿਹਨੂੰ ਉਹਨੂੰ ਮਾਨਤਾ ਦਿੰਦੇ ਨੇ ਸਰਬਲੋਕ ਗ੍ਰੰਥ ਦੀ, ਉਹਦੀ ਬੇਅਦਬੀ ਹੋਈ ਹੈ। ਅਗਰ ਉਹਦੀ ਬੇਅਦਬੀ ਹੋਈ ਹੈ ਤਾਂ ਇਹ ਸਾਡਾ ਮੈਟਰ ਹੈ। ਇਹ ਕਿਸਾਨ ਮੋਰਚੇ ਨਾਲ ਬਿਲਕੁਲ ਨਾ ਜੁੜਿਆ ਜਾਏ। ਉਹਨਾਂ ਨੇ ਆਪਦੀਆਂ ਮਤਲਬ ਪ੍ਰੈਸ ਸਟੇਟਮੈਂਟ ਦੇ ਵਿੱਚ ਬੜਾ ਸਾਫ਼ ਕਲੀਅਰ ਕੀਤਾ ਗੱਲ ਇਹ, ਔਰ ਉਹ ਵੀ ਇਸ ਗੱਲ ਨੂੰ ਮਤਲਬ ਆਪਦੀ ਨੂੰ ਇਸ ਮੈਟਰ ਨੂੰ ਵੱਖਰਾ ਰੱਖ ਰਹੇ ਨੇ, ਔਰ ਅਸੀਂ ਵੀ ਉਹਨੂੰ ਇਹ ਕਹਿ ਰਹੇ ਹਾਂ ਕਿ ਉਹ ਇੱਕ ਵੱਖਰਾ ਮੈਟਰ ਹੈ, ਉਹ ਇੱਕ ਧਾਰਮਿਕ ਮੈਟਰ ਹੈ। ਅਗਰ ਅਸੀਂ ਇਹਨੂੰ ਰਲਗੱਡ ਕਰਾਂਗੇ ਤਾਂ ਕਿਤੇ ਨਾ ਕਿਤੇ ਮੋਰਚਾ ਮਤਲਬ ਆਪਦੇ ਅਸਲ ਲੀਹਾਂ ਤੋਂ ਲੈ ਜਾਊਗਾ, ਕਿਉਂਕਿ ਪੂਰਾ ਦੇਸ਼ ਦਾ ਅੰਦੋਲਨ ਅੱਜ ਇਹ ਅੰਦੋਲਨ ਪੂਰੇ ਦੇਸ਼ ਦਾ ਹੈ। ਹਰ ਧਰਮ ਦੇ ਲੋਕ ਇਸ ਅੰਦੋਲਨ ਨਾਲ ਜੁੜੇ ਹੋਏ ਨੇ। ਇਸ ਕਰਕੇ ਇਹਨੂੰ ਥੋੜਾ ਜਿਹਾ ਸਾਨੂੰ ਮਤਲਬ ਸੰਭਲ ਕੇ ਸੰਭਾਲ ਕੇ ਚੱਲਣਾ ਪੈਣਾ ਹੈ। ਲਾਲ ਖੱਟਰ ਕਹਿ ਰਹੇ ਕਿ ਅਸੀਂ ਰਾਹ ਖਲਵਾਉਣਾ ਇਸ ਥਾਂ ਤੋਂ। ਦੇਖੋ, ਮੈਂ ਫਿਰ ਉਹੀ ਗੱਲ ਆ ਗਈ ਕਿ ਰਾਹ ਦੀ ਗੱਲ ਜੇ ਆਪਾਂ ਕਰੀਏ ਤਾਂ ਤੁਸੀਂ ਇੱਕ ਗੱਲ ਨੋਟ ਕਰੋ ਕਿ ਰਾਹ ਅਸੀਂ ਤਾਂ ਰੋਕੇ ਨਹੀਂ ਸੀ। ਪਹਿਲੀ ਗੱਲ, ਅਸੀਂ ਤਾਂ ਇਹ ਕਿਹਾ ਸੀ ਵੀ ਅਸੀਂ ਦਿੱਲੀ ਜਾਣਾ ਹੈ ਔਰ ਰਾਮਲੀਲਾ ਗਰਾਊਂਡ ਜਾਣਾ ਹੈ, ਸਾਨੂੰ ਉਹਦੀ ਪਰਮਿਸ਼ਨ ਦੇ ਦਿਓ। ਪਰਮਿਸ਼ਨ ਅਸੀਂ ਮੰਗੇ, ਇਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ। ਪਰਮਿਸ਼ਨ ਨਾ ਦੇਣ ਦੇ ਬਾਵਜੂਦ ਸਾਨੂੰ ਅੱਗੇ ਰਸਤਾ ਰੋਕ ਲਿਆ। ਰਸਤਾ ਹੀ ਇਕੱਲਾ ਨਹੀਂ ਰੋਕਿਆ, ਬੈਰੀਕੇਡਿੰਗ ਨਹੀਂ ਕੀਤੀ ਕਿ ਤੁਸੀਂ ਕਿੱਥੋਂ ਤੱਕ ਹੋਇਆ, ਸੀਮੈਂਟਡ ਵਾਲ ਬਣਾ ਦਿੱਤੀ। ਮਤਲਬ ਕਿੱਡਾ ਵੱਡਾ ਮਤਲਬ ਉਹਨਾਂ ਨੇ ਪ੍ਰਬੰਧ ਕੀਤਾ, ਉੱਥੇ ਕਿੱਲਾਂ ਲਾ ਦਿੱਤੀਆਂ। ਹੁਣ ਉਹ ਅੱਖਾਂ ਮੀਚ ਕੇ ਵੀ ਕੋਈ ਬੰਦਾ ਉਹਨੂੰ ਨਿਗਾਹ ਮਾਰੇ, ਦੂਰ ਦਰਾਡੇ ਬੈਠਾ ਵੀ ਅਗਰ ਉਹਨੂੰ ਕੋਈ ਕਿਸੇ ਤੁਹਾਡੇ ਮਾਧਿਅਮ ਦੇ ਰਾਹੀਂ ਵੀ ਵੇਖੇ ਤਾਂ ਉਹ ਆਪਣੇ ਆਪ ਇਹ ਕਲੀਅਰ ਹੁੰਦਾ ਹੈ ਕਿ ਉਹ ਰਸਤਾ ਸਰਕਾਰ ਨੇ ਖੁਦ ਰੋਕਿਆ। ਇੱਕ ਨੰਬਰ 2, ਆ ਜਿਹੜਾ ਦੂਸਰੀ ਸਾਈਡ ਦੇ ਉੱਤੇ ਸਾਡੇ ਇਸ ਪਾਸੇ ਤੇ ਹੈ, ਇਹਦੇ ਵਿੱਚ ਖੱਡੇ ਪਏ ਹੋਏ ਨੇ, 4-4 ਫੁੱਟ 3-3 ਫੁੱਟ ਡੂੰਘੇ ਖੱਡੇ ਪਏ ਆ। ਉਹਨਾਂ ਖੱਡਿਆਂ ਵਿੱਚ ਦੀ ਲੋਕ ਲੰਘਦੇ ਨੇ। ਬਾਰਿਸ਼ ਹੁੰਦੀ ਹੈ ਤੇ ਗੱਡੀਆਂ ਡੁੱਬ ਜਾਂਦੀਆਂ, ਮੋਟਰਸਾਈਕਲ ਲੰਘਣ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਇਹ ਸੜਕ ਬਣਾਉਣ ਵਾਸਤੇ ਮੋਟਰਸਾਈਕਲ ਲੰਘਣ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਇਹ ਸੜਕ ਬਣਾਉਣ ਵਾਸਤੇ ਅਸੀਂ ਇੱਕ ਦਿਨ ਸਾਡੇ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਔਰ ਸਾਡੇ ਨੌਜਵਾਨਾਂ ਨੇ ਉਪਰਾਲਾ ਕੀਤਾ ਕਿ ਅਸੀਂ ਇਹਦੇ ਉੱਤੇ ਮਿੱਟੀ ਪਵਾ ਕੇ, ਸਾਨੂੰ ਮਿੱਟੀ ਅਰੇਂਜ ਹੋ ਜੇ, ਸਾਨੂੰ ਕ੍ਰੈਸ਼ਰ ਅਰੇਂਜ ਹੋ ਜੇ, ਇਹਦੇ ਪਾ ਕੇ ਅਸੀਂ ਨੱਪ ਦਿੰਦੇ ਹਾਂ ਤਾਂ ਕਿ ਇੱਥੇ ਲੋਕਾਂ ਦੀਆਂ ਆਉਣਾ ਜਾਣਾ ਮਤਲਬ ਸੌਖਾ ਹੋ ਜੇ। ਉਸ ਵੇਲੇ ਸਰਕਾਰ ਨੇ ਇਹ ਕਿਹਾ ਨਹੀਂ, ਇਹ ਅਸੀਂ ਕਰਾਂਗੇ, ਇਹ ਅਸੀਂ ਕਰ ਰਹੇ ਹਾਂ, ਇਹਦੇ ਟੈਂਡਰ ਹੋ ਚੁੱਕੇ ਨੇ, ਕੰਮ ਕੰਪਲੀਟ ਹੋ ਚੁੱਕਿਆ, ਅਸੀਂ ਕਰ ਰਹੇ ਹਾਂ ਜੀ। ਤਾਂ ਉਹਨਾਂ ਨੂੰ ਵੀ ਨਹੀਂ ਕਰਨ ਦਿੱਤਾ ਤੇ ਆਪ ਵੀ ਨਹੀਂ ਕੀਤਾ। ਰਸਤਾ ਤਾਂ ਇਸ ਕਰਕੇ ਖਰਾਬ ਹੋਇਆ ਹੈ, ਨਾ ਕਿ ਰਸਤੇ ਨੂੰ ਮਤਲਬ ਕਿਸੇ ਨੇ ਰੋਕਿਆ ਹੋਇਆ। ਲੋਕ ਚਾਰ ਚੁਫੇਰੇ ਸਾਰੀਆਂ ਸੜਕਾਂ ਤੇ ਲੋਕ ਲੰਘ ਰਹੇ ਨੇ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਸਵਾਲ ਮੇਰਾ ਹੋ ਰਿਹਾ ਕਿ ਲੀਡਰਸ਼ਿਪ ਜਿਹੜੀ ਹੈ, ਜ਼ਿਆਦਾਤਰ ਲੋਕ ਜਿਹੜੇ ਆ ਉਹ ਪੰਜਾਬ ਦੇ ਵਿੱਚ ਬੈਠੇ ਆ। ਤੁਹਾਨੂੰ ਲੱਗਦਾ ਨਹੀਂ ਕਿ ਇੰਨੀ ਵੱਡੀ ਘਟਨਾ ਵਾਪਰਨ ਤੋਂ ਬਾਅਦ ਉਹਨਾਂ ਨੂੰ ਮੋਰਚੇ ਦੇ ਵਿੱਚ ਆਉਣਾ ਚਾਹੀਦਾ ਸੀਗਾ? ਇਹ ਆਮ ਲੋਕ ਜਿਹੜੇ ਆ ਟਰਾਲੀਆਂ ਦੇ ਵਿੱਚ ਬੈਠੇ ਉਹ ਲੋਕ ਇਹ ਗੱਲਾਂ ਕਰ ਰਹੇ। ਇਹ ਗੱਲ ਤੁਹਾਡੀ ਮਤਲਬ ਵਾਜਬ ਹੈ। ਇੱਕ ਤਾਂ ਇਹ ਮੈਂ ਕਹੂੰਗਾ ਕਿ ਅਸੀਂ ਪ੍ਰੋਗਰਾਮ ਇਹੋ ਜਿਹੇ ਦਿੱਤੇ ਨੇ ਕਿ 15 ਅਗਸਤ ਨੂੰ 15 ਅਕਤੂਬਰ ਨੂੰ ਅਸੀਂ ਜਿਹੜਾ ਦੁਸਹਿਰਾ ਮਨਾਉਣਾ ਸੀ, ਉਹਦੇ ਵਿੱਚ ਸੰਯੁਕਤ ਮੋਰਚੇ ਦਾ ਫੈਸਲਾ ਸੀ ਕਿ ਅਮਿਤ ਸ਼ਾਹ ਦਾ, ਪ੍ਰਧਾਨ ਮੰਤਰੀ ਦਾ ਔਰ ਆਪਣੀ ਸਟੇਟ ਦੇ ਜਿਹੜਾ ਵੀ ਉਹਨਾਂ ਨੂੰ ਮਤਲਬ ਅਜਿਹਾ ਕਲਪਰੇਟ ਨਜ਼ਰ ਆਵੇ ਇਸ ਅੰਦੋਲਨ ਦੇ ਪ੍ਰਤੀ, ਉਹਨੂੰ ਨਾਲ ਜੋੜ ਕੇ ਤੁਸੀਂ ਤਿੰਨਾਂ ਦੇ ਪੁਤਲੇ ਫੂਕਣੇ ਆ। ਤਾਂ ਇੱਥੇ ਹਾਲਾਤਾਂ ਨੂੰ ਮਤਲਬ ਕਿਵੇਂ ਕੰਟਰੋਲ ਕੀਤਾ ਜਾਏ, ਕਿਤੇ ਕੋਈ ਮਿਸ ਹੈਪਨਿੰਗ ਨਾ ਹੋਏ, ਉਸ ਗੱਲ ਨੂੰ ਕਵਰ ਕਰਨ ਦੇ ਲਈ ਸਾਨੂੰ ਤਿੰਨਾਂ ਪਤਾ ਸੀ ਸਾਰਿਆਂ ਨੂੰ ਵੀ ਇੱਥੇ ਘਟਨਾ ਵਾਪਰ ਜਾਣੀ ਹੈ। ਅਸੀਂ ਤੇ ਸਾਰੇ ਯੂਪੀ ਤੋਂ ਆਏ ਸੀ, ਉਹਨਾਂ ਜਿਹੜੇ ਸਾਡੇ ਕਿਸਾਨ ਨੇ ਉਹਨਾਂ ਨੂੰ ਦੇ ਸ਼ਰਧਾਂਜਲੀ ਸਮਾਰੋਹ ਹੋ ਕੇ ਹਟਿਆ, ਉੱਥੋਂ ਸਾਰੇ ਅਸੀਂ ਮਤਲਬ ਵਾਪਸ ਆਏ ਹਾਂ। ਮੈਂ ਵੀ ਮਤਲਬ ਇੱਕ ਉਸ ਰਾਤ ਨੂੰ ਇੱਥੇ ਪਹੁੰਚਿਆ, ਰਾਤ ਨੂੰ 1 ਵਜੇ ਇਸ ਮੋਰਚੇ ਤੇ ਉਹ ਸਾਰੇ ਦੇ ਸਾਰੇ ਸਾਡੇ ਆਗੂ ਉਹ ਸਿਚੁਏਸ਼ਨ ਨੂੰ ਕੰਟਰੋਲ ਕਰਨ ਦੀ ਇੱਕ ਭਾਵਨਾ ਲੈ ਕੇ ਉਹ ਮਤਲਬ ਵਾਪਸ ਗਏ ਹੋਏ ਸੀ। ਆ ਜਾਣਗੇ, ਮਤਲਬ ਅਸੀਂ ਉਹਨਾਂ ਨੂੰ ਮੈਸੇਜ ਕੀਤੇ ਨੇ ਕੱਲ ਦੇ, ਉਹ ਮੇਰਾ ਖਿਆਲ ਅੱਜ ਸ਼ਾਮ ਤੱਕ ਸਾਰੇ ਲੀਡਰ ਇੱਥੇ ਆ ਜਾਣਗੇ ਵਾਪਸ। ਧੰਨਵਾਦ।
ਜਗਜੀਤ ਸਿੰਘ ਡੱਲੇਵਾਲ ਸੀਨੀਅਰ ਕਿਸਾਨ ਆਗੂ ਸਾਡੇ ਨਾਲ ਮੌਜੂਦ ਸਨ। ਇਹਨਾਂ ਨੇ ਕਿਹਾ ਹੈ ਕਿ ਏਜੰਸੀਆਂ ਦੀ ਸਾਜ਼ਿਸ਼ ਹੈ ਜਿਸ ਕਰਕੇ ਸਭ ਕੁਝ ਹੋ ਰਿਹਾ। ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਨੇ, ਇਹ ਕੋਈ ਨਵੀਂ ਘਟਨਾ ਨਹੀਂ, ਪਰ ਮੰਦਭਾਗਾ ਦੱਸਿਆ ਇਸ ਘਟਨਾ ਨੂੰ ਕਿਉਂਕਿ ਬੇਅਦਬੀ ਹੋਈ ਹੈ। ਬੇਅਦਬੀ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਵੀ ਹੋਈਆਂ ਨੇ। ਨਿਹੰਗ ਸਿੰਘ ਕਹਿ ਰਹੇ ਕਿ ਬੇਅਦਬੀ ਦੀਆਂ ਪਹਿਲੀਆਂ ਘਟਨਾਵਾਂ ਤੋਂ ਸਾਨੂੰ ਇਨਸਾਫ ਨਹੀਂ ਮਿਲ ਸਕਿਆ, ਦੋਸ਼ੀਆਂ ਨੂੰ ਸਜ਼ਾ ਨਹੀਂ ਹੋ ਸਕੀ, ਇਸ ਕਰਕੇ ਅਸੀਂ ਉਸ ਸ਼ਖਸ ਦਾ ਕਤਲ ਕੀਤਾ। ਪਰ ਜਗਜੀਤ ਸਿੰਘ ਡੱਲੇਵਾਲ ਕਹਿ ਰਹੇ ਨੇ ਕਿ ਨਿਹੰਗ ਸਿੰਘਾਂ ਦੀਆਂ ਜੋ ਜਥੇਬੰਦੀਆਂ ਉਹਨਾਂ ਨਾਲ ਵੀ ਸਾਡਾ ਸਾਮਂਜस्य ਹੈਗਾ, ਉਹਨਾਂ ਨਾਲ ਵੀ ਤਾਲਮੇਲ ਹੈਗਾ, ਪਰ ਉਹਨਾਂ ਨੇ ਕਿਹਾ ਹੈ ਕਿ ਇਸ ਘਟਨਾ ਦੇ ਨਾਲ ਸਾਡਾ ਸਿੱਧੇ ਤੌਰ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਸੰਬੰਧ ਨਹੀਂ ਹੈ। ਤੇ ਨਾਲ ਹੀ ਇਹਨਾਂ ਨੇ ਕਿਹਾ ਹੈ ਕਿ ਏਜੰਸੀਆਂ ਵੱਲੋਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਤਾਂ ਕਿ ਅੰਦੋਲਨ ਨੂੰ ਡੀਰੇਲ ਕੀਤਾ ਜਾ ਸਕੇ। ਕੈਮਰਾ ਪਰਸਨ ਸ਼ਮਸ਼ੇਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਸਿੰਘੂ ਬਾਰਡਰ, ਦਿੱਲੀ।